ਹੈਲੋ एवरीवन स्वागत है ਤੁਹਾਡਾ ਆਪਣੇ YouTube ਚੈਨਲ 3K ਲਰਨਿੰਗ ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਆਪਣੇ ETT ਐਂਟਰੈਂਸ ਐਗਜ਼ਾਮ ਦੇ ਸਿਲੇਬਸ ਪਾਰਟ ਨੰਬਰ A GK ਨੂੰ। GK ਦੇ ਵਿੱਚ ਆਪਾਂ ਨੂੰ ਦਿੱਤੇ ਹੋਏ ਟੌਪਿਕ ਕੁਝ ਇਸ ਪ੍ਰਕਾਰ ਹਨ: ਕਰੰਟ ਅਫੇਅਰ, ਜੀਓਗ੍ਰਾਫੀ ਆਫ ਪੰਜਾਬ, ਆਰਟ ਐਂਡ ਕਲਚਰ ਆਫ ਪੰਜਾਬ, ਸਿੱਖ ਗੁਰੂਜ਼, ਬੰਦਾ ਬਹਾਦਰ, महाराजा रंजीत सिंह, सिख मिसल्स, फेमस प्लेसिस ऑफ पंजाब, folk dances and folk songs of Punjab, fairs and festival of Punjab and contribution of Punjab in freedom struggle। ਤਾਂ ਇਹਨਾਂ ਟੌਪਿਕਸ ਨੂੰ ਆਪਾਂ ਇਸੇ ਹੀ YouTube ਚੈਨਲ ਦੇ ਉੱਤੇ ਪ੍ਰੋਪਰ ਡਿਟੇਲ ਦੇ ਵਿੱਚ ਕਵਰ ਕਰਾਂਗੇ। ਇਸ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਆਪਣੇ ਸਿੱਖ ਗੁਰੂ ਸਾਹਿਬਾਨ ਨੂੰ, ਜਿਹਦੇ ਵਿੱਚ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਵਰ ਕਰਨਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ। ਸ਼੍ਰੀ ਗੁਰੂ ਨਾਨਕ ਦੇਵ ਜੀ ਵਾਲੇ ਟੌਪਿਕ ਨੂੰ ਇਨ ਡਿਟੇਲ ਕਵਰ ਕਰਾਂਗੇ, ਫਿਰ ਇਸੇ ਹੀ ਪ੍ਰਕਾਰ ਦੇ ਨਾਲ ਸਾਰੇ ਟੌਪਿਕਸ ਨੂੰ ਕਵਰ ਕਰਦੇ ਜਾਵਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਗਰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤਾਂ ਕਿ ਬਾਕੀ ਸਟੂਡੈਂਟਸ ਤੱਕ ਵੀ ਇਹ ਵੀਡੀਓ ਜਿਹੜੀ ਆ ਪਹੁੰਚ ਸਕੇ। ਕਿਸੇ ਵੀ ਪ੍ਰਕਾਰ ਦਾ ਅਗਰ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਇਹ ਵਾਲੇ ਦਿੱਤੇ ਹੋਏ ਨੰਬਰ 'ਤੇ ਮੈਸੇਜ ਕਰਕੇ ਪੁੱਛ ਸਕਦੇ ਹੋ। ਪੜ੍ਹੀ ਹੋਈ PDF ਦਾ ਜਿਹੜਾ ਹਾਰਡ ਕਾਪੀ ਜਾਂ ਫਿਰ ਸੌਫਟ ਕਾਪੀ ਲੈਣ ਦੇ ਲਈ ਤੁਸੀਂ ਨੀਚੇ ਦਿੱਤੇ ਗਏ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ WhatsApp ਗਰੁੱਪ ਨਾਲ ਜੁੜ ਕੇ ਲੈ ਸਕਦੇ ਹੋ। ਇਸ ਗਰੁੱਪ ਦੇ ਵਿੱਚ ਜੁੜਨਾ ਬਿਲਕੁਲ ਫ੍ਰੀ ਆਫ ਕੋਸਟ ਹੈ। ਵੀਡੀਓ ਵੀ ਤੁਹਾਨੂੰ ਜਿਹੜੀਆਂ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਵਾਈਆਂ ਜਾਣਗੀਆਂ। ਇਹ ਵੀਡੀਓ ETT ਐਂਟਰੈਂਸ ਐਗਜ਼ਾਮ ਤੋਂ ਇਲਾਵਾ ETT ਕੈਡਰ ਪਲੱਸ ਹੋਰ ਕੰਪੀਟੀਟਿਵ ਐਗਜ਼ਾਮ ਦੇ ਲਈ ਵੀ ਇੰਪੋਰਟੈਂਟ ਹੈ। ਇਸੇ ਟੌਪਿਕ ਦੇ ਨਾਲ ਆਪਾਂ 20 ਕੁਐਸਚਨਸ ਵੀ ਕਵਰ ਕਰਾਂਗੇ। ਸ਼ੁਰੂ ਕਰਦੇ ਹਾਂ ਆਪਣੇ ਟੌਪਿਕ ਨੂੰ। ਤਾਂ ਸਭ ਤੋਂ ਪਹਿਲਾ ਪੁਆਇੰਟ ਆਉਂਦਾ ਹੈ ਜਨਮ ਅਤੇ ਮਾਤਾ ਪਿਤਾ। ਗੁਰੂ ਨਾਨਕ ਦੇਵ ਜੀ ਦੇ ਜਨਮ ਮਿਤੀ ਬਾਰੇ ਕਾਫੀ ਸਾਰੇ ਮਤਭੇਦ ਪਾਏ ਜਾਂਦੇ ਹਨ, ਪਰ ਭਾਈ ਬਾਲਾ ਜੀ ਦੀ ਜਿਹੜੀ ਜਨਮ ਸਾਖੀ ਹੈ ਉਹਦੇ ਅਨੁਸਾਰ ਗੁਰੂ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ 1469 ਈਸਵੀ ਨੂੰ ਹੋਇਆ ਸੀਗਾ। ਪਰੰਤੂ ਅਗਰ ਪੁਰਾਤਨ ਸਾਖੀ ਮਿਹਰਬਾਨ ਅਤੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਨੂੰ ਵੇਖੀਏ ਤਾਂ ਗੁਰੂ ਜੀ ਦਾ ਜਿਹੜਾ ਜਨਮ ਹੈ ਉਹ ਵਿਸਾਖ ਸੰਮਤ 1526 ਬਿਕਰਮੀ ਜਾਂ 15 ਅਪ੍ਰੈਲ 1469 ਈਸਵੀ ਨੂੰ ਹੋਇਆ ਹੈ। ਆਧੁਨਿਕ ਇਤਿਹਾਸਕਾਰਾਂ ਵਿੱਚ ਬਹੁਤ ਸਾਰੇ ਵਿਦਵਾਨ ਵਿਸਾਖ ਦੀ ਜਨਮ ਮਿਤੀ ਨੂੰ ਹੀ ਸਹੀ ਮੰਨਦੇ ਹਨ, ਭਾਵੇਂ ਅੱਜ ਗੁਰੂ ਜੀ ਦਾ ਜਨਮ ਜਿਹੜਾ ਹੈ ਆਪਾਂ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਂਦੇ ਹਾਂ। ਦੁਬਾਰਾ ਤੋਂ ਇੱਕ ਵਾਰ ਅੱਛੇ ਤਰੀਕੇ ਨਾਲ ਇਹਨਾਂ ਪੁਆਇੰਟਸ ਨੂੰ ਅੰਡਰਲਾਈਨ ਕਰ ਲੈਂਦੇ ਹਾਂ। ਅੰਡਰਲਾਈਨ ਪੁਆਇੰਟਡ ਕਿਹੜੇ ਨੇ ਕਿ ਭਾਈ ਬਾਲਾ ਜੀ ਦੀ ਜਨਮ ਸਾਖੀ ਦੇ ਅਨੁਸਾਰ ਗੁਰੂ ਜੀ ਦਾ ਜਨਮ ਕਦੋਂ ਹੋਇਆ ਹੈ? ਕੱਤਕ ਦੀ ਪੂਰਨਮਾਸ਼ੀ ਦੇ ਅਨੁਸਾਰ ਹੋਇਆ ਹੈ। ਪਰੰਤੂ ਅਗਰ ਪੁਰਾਣੀਆਂ ਸਾਖੀਆਂ ਜਿਹੜੀਆਂ ਵੇਖੀਏ, ਮਿਹਰਬਾਨ ਦੀ ਸਾਖੀ ਵੇਖ ਲਈਏ ਜਾਂ ਭਾਈ ਮਨੀ ਸਿੰਘ ਦੀ ਸਾਖੀ ਵੇਖੀਏ, ਉਹਨਾਂ ਮੁਤਾਬਕ ਗੁਰੂ ਜੀ ਵਿਸਾਖ ਸੰਮਤ 1526 ਬਿਕਰਮੀ ਜਾਂ 15 ਅਪ੍ਰੈਲ 1469 ਈਸਵੀ ਨੂੰ ਪੈਦਾ ਹੋਏ ਸਨ। ਇਸ ਤੋਂ ਇਲਾਵਾ ਬਹੁਤ ਸਾਰੇ ਆਧੁਨਿਕ ਇਤਿਹਾਸਕਾਰ ਵੀ ਇਹੀ ਗੱਲ ਮੰਨਦੇ ਹਨ ਕਿ ਵਿਸਾਖ ਦੀ ਹੀ ਜਨਮ ਮਿਤੀ ਸਹੀ ਹੈ, ਪਰੰਤੂ ਫਿਰ ਵੀ ਆਪਾਂ ਜਿਹੜਾ ਗੁਰੂ ਜੀ ਦਾ ਜਨਮ ਦਿਹਾੜਾ ਜਿਹੜਾ ਹੈ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਉਂਦੇ ਹਾਂ। ਉਹਨਾਂ ਦਾ ਜਨਮ ਸਥਾਨ ਲਗਭਗ ਲਾਹੌਰ ਤੋਂ 64 ਕਿਲੋਮੀਟਰ ਦੂਰ ਦੱਖਣ ਪੱਛਮ ਪਿੰਡ ਤਲਵੰਡੀ ਨਨਕਾਣਾ ਸਾਹਿਬ, ਜ਼ਿਲ੍ਹਾ ਸ਼ੇਖੂਪੁਰਾ ਸੀ। ਗੁਰੂ ਜੀ ਦੇ ਮਾਤਾ ਦਾ ਨਾਮ ਤ੍ਰਿਪਤਾ ਸੀ। ਉਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਤਲਵੰਡੀ ਦੇ ਪੱਟੀ ਜੰਗੀਰਦਾਰ ਰਾਏ ਬੁਲਾਰ ਪਾਸ ਪਟਵਾਰੀ ਸਨ। ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ, ਗੁਰੂ ਜੀ ਦਾ ਜਨਮ ਰਾਏ ਭੋਏ ਤਲਵੰਡੀ, ਜਿਹੜਾ ਅੱਜ ਦੇ ਟਾਈਮ 'ਚ ਨਨਕਾਣਾ ਸਾਹਿਬ, ਜ਼ਿਲ੍ਹਾ ਸ਼ੇਖੂਪੁਰਾ, ਪਾਕਿਸਤਾਨ ਦੇ ਵਿੱਚ ਹੈ। ਗੁਰੂ ਜੀ ਦੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਹੈ ਤੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜਾਂ ਫਿਰ ਮਹਿਤਾ ਕਲਿਆਣ ਦਾਸ ਹੈ, ਜਿਹੜੇ ਕਿ ਖੱਤਰੀ ਵੰਸ਼ ਦੇ ਬੇਦੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਤੇ ਆਪ ਜਿਹੜੇ ਨੇ ਤਲਵੰਡੀ ਦੇ ਪੱਟੀ ਜਗੀਰਦਾਰ ਰਾਏ ਬੁਲਾਰ ਕੋਲ ਪਟਵਾਰੀ ਸਨ।
यानी कि आ कुछ चीज़ां जिहड़ियां इंपॉर्टेंट हैं जिन्हों मैं हाईलाइट किया है। ये हाईलाइटिड चीज़ां जिहड़ियां ने तुसीं आपदी नोटबुक दे उत्ते नोट करना है। यानी कि पहला पॉइंट बना लियो। पहला पॉइंट बनाने तो बाद पहला पॉइंट तुहाडा होएगा जन्म अते माता पिता, जिहदे विच तुसीं लिखोगे कि भाई बाले दी जन्म साखी दे अनुसार गुरु जी का जन्म जिहड़ा है जन्म कत्तक दी पूर्णमाशी नूं होया है। तो अगर मेहरबान ते भाई मनी सिंह दी साखी अनुसार वेखीए तो गुरु जी का जिहड़ा जन्म है वो विसाख महीने 15 अप्रैल 1469 ईस्वी में होया है। तो ये उस तो इलावा आप याद रखना है कि गुरु जी का जोड़ा जन्म स्थान है वो लाहौर तो लगभग 64 किलोमीटर दूर है। तो ये ननकाना साहब अज दे टाइम जिला शेखूपुरा पाकिस्तान दे विच स्थित है। गुरु जी के माता का नाम तृप्ता है तो पिता जी का नाम मेहता कालू है, जिहड़े कि तलवंडी पट्टी जगीरदार राय बुलार दे कोल पटवारी सन। ते आप खतरी वंश बेदी खानदान नाल संबंध रखते सन। एक एक पॉइंट एक एक लाइन इंपॉर्टेंट है तो हर एक पॉइंट नूं अच्छे तरीके नाल तुसीं नोट करना है। गुरु जी की भैन का नाम नानकी सी, जिन्हों की माण प्राप्त सी गुरु जी के पहले चेले होने का। अगे गल करते हाँ बाल रूप अवस्था ते सिक्ख्या। बचपन विच नानक देव जी एक असधारण अते गंभीर किस्म के बालक सन। वो अपनी उम्र के बच्चों वांग खेडन कुदन वाले घट रुचि रखते सन। वो अपने साथियों नाल ईश्वर की महिमा दीयां गल्लां करते हैं। उस तो बाद वो अपने घर की रोटी कपड़ा आदि ले जाके गरीब बच्चों के विच वंड दिंदे सन। गुरु जी ने 7 साल की उम्र दे विच पंडित गोपाल की पाठशाला दे विच पढ़े। यानी कि उन्होंने 7 साल की उम्र दे विच कित्थे भेजा गया सीगा, पंडित गोपाल जी कोल भेजा गया सीगा, जिहड़े इन्हां नूं देवनागरी अते गणित सिखाते सन। यानी कि अगर तुहानूं ये पूछ लिया जाए कि गुरु जी दे हिंदी अते मैथ दे टीचर कौन सीगे तो वो सीगे गोपाल जी, पंडित गोपाल जी सी। इस तो इलावा गुरु नानक देव जी की जन्म साखियाँ दसदियां हन कि उन्होंने पंडित नूं ईश्वर संबंधी सवाल पूछ के सोचां विच पा दिता सीगा। इस उपरंत गुरु जी संस्कृत पढ़न दे लई पंडित ब्रिजनाथ कोल गए। यानी कि गुरु जी दे संस्कृत दे टीचर कौन सीगे, पंडित ब्रिजलाल सी। अगे गुरु नानक देव जी नूं फारसी पढ़न दे लई मौलवी कुतुबुद्दीन कोल भेजा गया सीगा। यानी कि फारसी दे टीचर कौन सीगे, मौलवी कुतुबुद्दीन सीगे। इहदे विचों वापिस तो अंडरलाइन कर लैंदे हाँ इंपॉर्टेंट पॉइंट्स नूं। इंपॉर्टेंट पॉइंट किहड़े-किहड़े ने कि गुरु जी बाकी बच्चों के वांग नहीं सीगे। 7 साल की उम्र दे विच गुरु जी नूं किहदे कोल भेजा गया सीगा, पंडित गोपाल कोल भेजा गया सी। देवनागरी ते हिंदी की जिहड़ी टीचिंग है वो पंडित गोपाल जी ने की सी। इस तो इलावा संस्कृत जिहड़ी है पंडित ब्रिजलाल जी ने पढ़ाया सीगा। उस तो इलावा फारसी पढ़न दे लई मौलवी कुतुबुद्दीन कोल गुरु जी नूं भेजा गया सीगा। अगे गल करते हाँ जनेऊ की रस्म। अजे गुरु नानक देव जी की जिहड़ी सिक्ख्या चल ही रही सी कि उन्हां दे मापिਆਂ ने पुरातन सनातनी जिहड़ी रीति रिवाजां के अनुसार जनेऊ पवाउणा चाहया। उस रस्म लई ऐतवार का दिन निश्चित किया गया। पेपर च क्वेश्चन ये पूछा जा सकता है कि जनेऊ की रस्म किस दिन की गई सी, तां ऐतवार के दिन की गई सी। उस समय सारे रिश्तेदारां नूं बुला लिया गया सीगा। मुढ़ले मंत्र पढ़न तो बाद पंडित हरदयाल जी ने गुरु जी के सामने बिठा के उन्होंने जनेऊ पाने के लिए कहा। यानी कि हुण पेपर दे विच क्वेश्चन तुहानूं ये पूछा जाएगा कि गुरु जी नूं जनेऊ किन्हां ने पाया सी, तो गुरु जी नूं जनेऊ पाया सीगा पंडित हरदयाल जी ने। तो कहा जाता है कि गुरु जी ने जनेऊ पान तो की करता सीगा, इनकार करता सी। उन्होंने ये गल कही सी भी मैनू जिहड़ा सूत का बनिया होया धागा जिहड़ा ना पवाया जाए, सगों मैनू सदगुणा का बनिया होया धागा अपनाया जाए। यानी कि उन्होंने सदगुणा दे बने हुए धागियां वाला जनेऊ की मंग की सीगी। इस भावना नूं गुरु जी ने अपनी बाणी दे विच भी प्रकट किया है, जिहड़ी कि आसां दी वार पन्ना नंबर 471 दे विच दित्ती हुई है।
ਅੱਗੇ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਪਿੰਨ ਕੀਤੇ, ਕਿਉਂਕਿ ਹੁਣ ਅੱਗੇ ਆਪਾਂ ਚੱਲਾਂਗੇ ਕਿ ਜਿਵੇਂ ਜਿਵੇਂ ਗੁਰੂ ਜੀ ਵੱਡੇ ਹੋਣਗੇ ਤਾਂ ਉਹਨਾਂ ਨੂੰ ਅਲੱਗ-ਅਲੱਗ ਕੰਮ ਕਰਨ ਦੇ ਲਈ ਭੇਜਿਆ ਜਾਏਗਾ। ਗੁਰੂ ਨਾਨਕ ਦੇਵ ਜੀ ਅਧਿਆਤਮਕ ਵਿੱਦਿਆ ਦੇ ਵਿੱਚ ਬੜੀ ਦਿਲਚਸਪੀ ਰੱਖਦੇ ਸਨ ਤੇ ਤਲਵੰਡੀ ਦੇ ਨੇੜੇ ਜੰਗਲਾਂ ਵਿੱਚ ਆਮ ਕਰਕੇ ਪੀਰ ਫਕੀਰ ਆਉਂਦੇ ਰਹਿੰਦੇ ਸਨ। ਇਸ ਲਈ ਉਹ ਸੰਤਾਂ ਪੀਰਾਂ ਫਕੀਰਾਂ ਦੀ ਆਮਦ ਨੇ ਗੁਰੂ ਨਾਨਕ ਦੇਵ ਜੀ ਨੂੰ ਅਧਿਆਤਮਕ ਵਿੱਦਿਆ ਲੈਣ ਦਾ ਚੰਗਾ ਮੌਕਾ ਦਿੱਤਾ। ਗੁਰੂ ਜੀ ਉਹਨਾਂ ਸੰਤਾਂ ਪੀਰਾਂ ਫਕੀਰਾਂ ਦੀ ਜਿਹੜੀ ਸੰਗਤ ਕਰਦੇ ਸਨ ਅਤੇ ਉਹ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਸਨ। ਪਿੰਡ ਪਹੁੰਚ ਕੇ ਉਹ ਪਿੰਡ ਦੇ ਲੋਕਾਂ ਨੂੰ ਵੀ ਗਿਆਨ ਦਾ ਪ੍ਰਸ਼ਾਦ ਵੰਡਦੇ ਹੁੰਦੇ ਸਨ। ਇਸ ਤੋਂ ਇਲਾਵਾ ਗੁਰੂ ਜੀ ਸੰਸਾਰਕ ਕਾਰਾਂ ਵਿਹਾਰਾਂ ਵਿੱਚ ਜਿਹੜੀਆਂ ਨੇ ਅਣਗਹਿਲੀਆਂ ਨੂੰ ਵੇਖ ਕੇ ਕਾਲੂ ਜੀ ਜਿਹੜੇ ਸੀ ਨਾਰਾਜ਼ ਸੀ, ਯਾਨੀ ਕਿ ਜਿਹੜੇ ਉਹਨਾਂ ਦੇ ਪਿਤਾ ਸੀ ਉਹ ਕੀ ਸੀ, ਨਿਰਾਸ਼ ਸਨ। ਆਖਰ ਗੁਰੂ ਜੀ ਦੀਆਂ ਰੁਚੀਆਂ ਦੇ ਵਿੱਚ ਤਬਦੀਲੀ ਲਿਆਉਣ ਦੇ ਲਈ ਗੁਰੂ ਜੀ ਨੂੰ ਕੀ ਕੰਮ ਦਿੱਤਾ ਗਿਆ, ਮੱਝਾਂ ਚਰਾਉਣ ਦਾ ਕੰਮ ਦਿੱਤਾ ਗਿਆ। ਗੁਰੂ ਜੀ ਮੱਝਾਂ ਤਾਂ ਖੇਤਾਂ ਵਿੱਚ ਲੈ ਜਾਂਦੇ ਪਰ ਉਹਨਾਂ ਦਾ ਧਿਆਨ ਨਹੀਂ ਸੀ ਰੱਖਦੇ, ਆਪ ਪ੍ਰਭੂ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਤੇ ਮੱਝਾਂ ਜਿਹੜੀਆਂ ਸੀਗੀਆਂ ਖੇਤਾਂ ਦਾ ਉਜਾੜਾ ਕਰ ਦਿੰਦੀਆਂ ਸਨ। ਮਹਿਤਾ ਕਾਲੂ ਜੀ ਨੂੰ ਕੀ ਆਉਣ ਲੱਗੇ, ਉਲਾਂਭੇ ਆਉਣ ਲੱਗੇ। ਇਹਨਾਂ ਉਲਾਂਭਿਆਂ ਤੋਂ ਤੰਗ ਆ ਕੇ ਗੁਰੂ ਜੀ ਕੋਲੋਂ ਖੇਤੀ ਦਾ ਜਿਹੜਾ ਕੰਮ ਹੈ ਉਹ ਲੈ ਲਿਆ ਗਿਆ। ਫਿਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਮੱਝਾਂ ਵਾਲਾ ਜਿਹੜਾ ਕੰਮ ਹੈ ਉਹ ਲੈ ਲਿਆ ਗਿਆ ਤੇ ਖੇਤੀ ਦਾ ਕੰਮ ਦੇ ਦਿੱਤਾ ਗਿਆ। ਗੁਰੂ ਜੀ ਉਸ ਵਿੱਚ ਵੀ ਕੰਮ ਦੀ ਜਿਹੜੀ ਦਿਲਚਸਪੀ ਨਹੀਂ ਵਿਖਾਈ। ਫਿਰ ਉਹਨਾਂ ਨੂੰ 20 ਰੁਪਏ ਦਾ ਜਿਹੜਾ ਦੇ ਕੇ ਸੱਚਾ ਸੌਦਾ ਕਰਨ ਦੇ ਲਈ ਕਿਹਾ ਗਿਆ, ਪਰੰਤੂ ਉਹਨਾਂ ਨੇ ਕੀ ਕੀਤਾ, ਉੱਥੇ ਜਾ ਰਹੇ ਜਿਹੜੇ ਫਕੀਰ ਸੀ, ਭੁੱਖੇ ਸਾਧੂ ਸੀ, ਉਹਨਾਂ ਨੂੰ ਕੀ ਕਰਵਾਤਾ, ਭੋਜਨ ਕਰਵਾ ਦਿੱਤਾ। ਜਿੱਥੋਂ ਦੀ ਜਿਹੜੀ ਘਟਨਾ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ, ਸੱਚਾ ਸੌਦਾ ਕਹਿੰਦੇ ਹਾਂ। ਸੱਚਾ ਸੌਦਾ ਘਟਨਾ ਕਿਸ ਜਗ੍ਹਾ ਨਾਲ ਸੰਬੰਧਿਤ ਹੈ, ਇਹ ਚੂੜਕਾਨਾ ਮੰਡੀ ਨਾਲ ਸੰਬੰਧਿਤ ਹੈ। ਅੱਗੇ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਵਿਆਹ। ਗੁਰੂ ਨਾਨਕ ਦੇਵ ਜੀ ਕਿਉਂਕਿ ਪ੍ਰਭੂ ਭਗਤੀ ਦੇ ਵਿੱਚ ਲੀਨ ਸਨ, ਜਿਸ ਕਰਕੇ ਉਹਨਾਂ ਨੂੰ ਇਸ ਪ੍ਰਤੀ ਕੋਈ ਵੀ ਜਿਹੜੀ ਹੈ ਰੁਚੀ ਨਹੀਂ ਸੀਗੀ, ਪਰੰਤੂ ਉਹਨਾਂ ਦੇ ਮਨ ਦੇ ਬਦਲਾਅ ਦੇ ਲਈ ਗੁਰੂ ਜੀ ਦਾ ਜਿਹੜਾ ਵਿਆਹ ਹੈ ਉਹ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨਿਵਾਸੀ ਮੂਲਚੰਦ ਦੀ ਬੇਟੀ ਸੁਲੱਖਣੀ ਨਾਲ ਕਰ ਦਿੱਤਾ ਗਿਆ। ਬੀਬੀ ਸੁਲੱਖਣੀ ਜੀ ਨੇ 2 ਸਪੁੱਤਰ ਸ਼੍ਰੀ ਚੰਦ ਅਤੇ ਲਖਮੀ ਦਾਸ ਨੂੰ ਜਨਮ ਦਿੱਤਾ, ਪਰੰਤੂ ਗੁਰੂ ਜਿਹੜੇ ਸਾਹਿਬ ਸੀ ਗ੍ਰਸਤੀ ਦੇ ਵਿੱਚ ਪੈ ਕੇ ਆਪਣੇ ਰਾਸਤੇ ਤੋਂ ਪਿੱਛੇ ਨਹੀਂ ਹਟੇ। ਉਹ ਸਵੇਰੇ ਉੱਠਦੇ, ਪਰਮਾਤਮਾ ਦਾ ਨਾਮ ਜਪਦੇ ਤੇ ਸਾਧੂ ਸੰਤਾਂ ਦੀ ਸੰਗਤ ਕਰਦੇ। ਹੁਣ ਇੰਪੋਰਟੈਂਟ ਪੁਆਇੰਟ ਕਿਹੜਾ ਨਿਕਲ ਕੇ ਆਉਂਦਾ ਹੈ, ਪ੍ਰੀਵੀਅਸ ਸਲਾਈਡ ਦੇ ਵਿੱਚ ਇੰਪੋਰਟੈਂਟ ਪੁਆਇੰਟ ਹੈ ਸੱਚਾ ਸੌਦਾ ਵਾਲੀ ਘਟਨਾ ਜਿਹੜੀ ਕਿ ਚੂੜਕਾਨਾ ਮੰਡੀ ਦੇ ਨਾਲ ਜੁੜੀ ਹੋਈ ਹੈ। ਇਸ ਸਲਾਈਡ ਦੇ ਵਿੱਚ ਇੰਪੋਰਟੈਂਟ ਹੈ ਕਿ ਗੁਰੂ ਜੀ ਦਾ ਵਿਆਹ ਕਿਹਦੇ ਨਾਲ ਹੋਇਆ ਸੀਗਾ, ਬੀਬੀ ਸੁਲੱਖਣੀ ਨਾਲ ਹੋਇਆ ਸੀ। ਕਿੱਥੇ ਦੇ ਰਹਿਣ ਵਾਲੇ ਸੀ, ਬਟਾਲਾ ਦੇ ਰਹਿਣ ਵਾਲੇ ਸੀ ਤੇ ਉਹਨਾਂ ਦੇ ਜਿਹੜੇ ਸਹੁਰੇ ਦਾ ਨਾਮ ਕੀ ਸੀਗਾ, ਮੂਲ ਚੰਦ ਸੀਗਾ। ਇਹ ਕਿੱਥੋਂ ਦਾ ਅੰਡਰ ਆਉਂਦਾ ਹੈ, ਜ਼ਿਲ੍ਹਾ ਗੁਰਦਾਸਪੁਰ ਅੰਡਰ ਆਉਂਦਾ ਹੈ। ਤੇ ਬੀਬੀ ਸੁਲੱਖਣੀ ਜੀ ਦੇ 2 ਪੁੱਤਰਾਂ ਨੂੰ ਜਨਮ ਦਿੱਤਾ ਸੀਗਾ, ਕਿਹੜੇ ਸ਼੍ਰੀ ਚੰਦ ਅਤੇ ਲਖਮੀ ਦਾਸ। ਇਸ ਤੋਂ ਇਲਾਵਾ ਅੱਗੇ ਗੱਲ ਕਰਦੇ ਹਾਂ ਸੁਲਤਾਨਪੁਰ ਲੋਧੀ ਵਿੱਚ ਨੌਕਰੀ। ਮਹਿਤਾ ਕਾਲੂ ਜੀ ਨੇ ਸਥਾਨ ਬਦਲਣ ਦੇ ਲਈ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਭੇਜ ਦਿੱਤਾ ਗਿਆ, ਸੁਲਤਾਨਪੁਰ ਭੇਜ ਦਿੱਤਾ ਗਿਆ। 1886 ਤੋਂ ਲੈ ਕੇ 87 ਤੱਕ ਉਹਨਾਂ ਨੂੰ ਜਿਹੜਾ ਉੱਥੇ ਭੇਜਿਆ ਗਿਆ। ਉੱਥੇ ਉਹ ਆਪਣੇ ਪਣਵਈਏ ਯਾਨੀ ਕਿ ਬੀਬੀ ਨਾਨਕੀ ਜੀ ਦੇ ਪਤੀ ਜੈ ਰਾਮ ਕੋਲ ਰਹਿਣ ਲੱਗੇ। ਗੁਰੂ ਜੀ ਨੇ ਫਾਰਸੀ ਅਤੇ ਗਣਿਤ ਦਾ ਗਿਆਨ ਤਾਂ ਉਹਨਾਂ ਨੂੰ ਹੈਗਾ ਹੀ ਸੀ, ਜਿਹਦੇ ਕਰਕੇ ਜੈ ਰਾਮ ਦੀ ਸਿਫਾਰਿਸ਼ ਤੇ ਉਹਨਾਂ ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਫੌਜਦਾਰ ਦੌਲਤ ਖਾਂ ਦੇ ਜਿਹੜੇ ਮੋਦੀ ਖਾਨੇ ਦੇ ਵਿੱਚ ਭੰਡਾਰੀ ਦੀ ਨੌਕਰੀ ਮਿਲ ਗਈ। ਯਾਨੀ ਕਿ ਹੁਣ ਆਪਾਂ ਇਹ ਯਾਦ ਰੱਖਣਾ ਹੈ ਕਿ ਗੁਰੂ ਜੀ ਨੂੰ ਨੌਕਰੀ ਕਿੱਥੇ ਮਿਲੀ ਸੀ, ਸੁਲਤਾਨਪੁਰ ਲੋਧੀ ਮਿਲੀ ਸੀ। ਕਿਹਦੀ ਸਿਫਾਰਿਸ਼ ਹੇਠ ਮਿਲੀ ਸੀ, ਜੈ ਰਾਮ ਦੇ ਸਿਫਾਰਿਸ਼ ਹੇਠ ਮਿਲੀ ਸੀ। ਜੈ ਰਾਮ ਕੌਣ ਸੀਗਾ, ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪਣਵਈਆ ਸੀਗਾ, ਯਾਨੀ ਕਿ ਭੈਣ ਦਾ ਪਤੀ ਸੀਗਾ। ਅੱਗੇ ਗੱਲ ਕਰਦੇ ਹਾਂ, ਉਹ ਆਪਦਾ ਕੰਮ ਜਿਹੜਾ ਹੈ ਬੜਾ ਹੀ ਇਮਾਨਦਾਰੀ ਨਾਲ ਕਰਦੇ ਸੀ ਤੇ ਪਰੰਤੂ ਫਿਰ ਵੀ ਜਿਹੜੇ ਉਹਨਾਂ ਦੇ ਨਾਲ ਦੇ ਸੀਗੇ ਉਹਨਾਂ ਦੇ ਖਿਲਾਫ ਸ਼ਿਕਾਇਤ ਕਰ ਦਿੰਦੇ ਸੀ, ਜਿਹਦੇ ਕਰਕੇ ਜਾਂਚ ਹੋਣ ਤੇ ਫਿਰ ਵੀ ਜਿਹੜਾ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਹਿਸਾਬ ਕਿਤਾਬ ਠੀਕ ਹੀ ਨਿਕਲਦਾ ਸੀਗਾ। ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਬਾਅਦ ਕੀ ਕੀਤਾ, ਆਪਣੀ ਪਤਨੀ ਨੂੰ ਵੀ ਉੱਥੇ ਬੁਲਾ ਲਿਆ ਤੇ ਉੱਥੇ ਜਿਹੜਾ ਸਹੀ ਪਰਿਵਾਰ ਗ੍ਰਸਤੀ ਵਾਲਾ ਜਿਹੜਾ ਜੀਵਨ ਹੈ ਉਹ ਗੁਜ਼ਾਰਨ ਲੱਗ ਗਏ। ਸੁਲਤਾਨਪੁਰ ਨਾਲ ਜਿਹੜੀ ਜੁੜੀ ਹੋਈ ਘਟਨਾ ਹੈ ਉਹ ਹੈ 13 ਦੀ ਘਟਨਾ, ਯਾਨੀ ਕਿ ਜਦੋਂ ਗੁਰੂ ਜੀ ਤੋਲਦੇ ਸੀਗੇ ਤਾਂ ਉਹ 13 ਬੋਲ ਦਿੰਦੇ ਸੀ ਵੀ ਇਹ 13 ਹੈ, ਲੈ ਜਾ।
ठीक है। इस तो बाद अगे गल करते हाँ ज्ञान प्राप्ति। जन्म साखियां के अनुसार गुरु नानक देव जी हर रोज़ जिहड़ा है वेई नदी दे विच इशनान करन जाते सन, परंतु 3 दिन एक बार की होया कि वो 3 दिन वापस नहीं परते। इस करके सुल्तानपुर विखे गुरु नानक जी ने वेई विच डुब जाण की खबर उड़ गई। नानक जी के साख संबंधी जिहड़े आके बड़े फिकरां दे विच डुब गए। लोग जिहड़े ने भांत भांत दीआं गल्लां बनाउण लग गए, परंतु गुरु जी 3 दिन बाद विस्माद अवस्था विच रह के ज्ञान की प्राप्ति हो गई। यानी कि जदों वो वेई नदी दे विच रहे तो उन्होंने ज्ञान की प्राप्ति हुई। मन्निया जाता है कि ज्ञान प्राप्ति उन्होंने कदों हुई सीगी 1499 ईस्वी विच हुई सी, यानी कि उन्हों की उम्र कितनी सीगी 30 साल सी। अगे गल करते हाँ ज्ञान प्राप्ति पिछों जदों गुरु नानक देव जी सुल्तानपुर लोधी वापस गए तो वो चौपी सन, परंतु जदों उन्होंने बोलण दे लई मजबूर किया गया तो उन्होंने किहड़े शब्द बोले। उन्होंने गल कही ना कोई हिंदू ना कोई मुस्लिम। जद दौलत खां ब्राह्मणा अते काजियां ने इस वाक का अर्थ पूछा तो गुरु जी ने कहा कि हिंदू अते मुसलमान आपो अपने धर्म के असली सिद्धांतां नूं भुल बैठे हैं। ते इन्हां शब्दां दा अर्थ ये भी सी कि हिंदू अते मुसलमानां दे विच कोई भी फर्क नहीं है, वो दोनों सेम ही हैं। उन्होंने इन्हां महत्वपूर्ण शब्दां नाल अपने उपदेशों का आरंभ किया अते अपना अगला जीवन जिहड़ा है ज्ञान प्रचार विच बतीत किया ते अपनी नौकरी छड्ड के किधर नूं चल गए, यात्रावां करन चल गए जिन्हां नूं आपां उदासियां कहने हाँ। इस स्लाइड दे विचों इंपॉर्टेंट चीज़ की है कि गुरु जी किन्ने दिन नदी दे विच अलोप रहे। 3 दिन जिहड़े गुरु जी नदी दे विच रहे सीगे ते ज्ञान की प्राप्ति उन्होंने कदों हुई सी 1499 दे विच हुई सीगी। ते उन्होंने किहड़े शब्द जिहड़े बोले सीगे ना कोई हिंदू ना कोई मुसलमान। ठीक है, तो इस तो बाद अगे चलते हाँ गुरु जी दियां यात्रावां दे उत्ते। यात्रावां ज्ञान की प्राप्ति तो बाद गुरु नानक देव जी ने उदासियां आरंभ कीतियां। उन्हां पिछों उन्होंने एक मुख उद्देश राहों भटके जिहड़े मनुख सी उन्हां नूं सही मार्ग विखाना सी। यानी कि बेसिकली उन्हां दा जिहड़ा मेन मोटिव सी भी जिहड़े लोग आपदे पॉइंट तो भटक चुके हैं उन्हां नूं की कीता जावे, सही रास्ते ते लिआंदा जावे। फजूल दीआं जिहड़ियां रीति रिवाजां अते कर्म कांडां दा खंडन करना भी उन्हां दा एक उद्देश सी। इस तरह गुरु नानक देव जी ने अपने दैवी ज्ञान की ज्योति नाल अज्ञानता का अंधेरा मिटाने के लिए देश विदेश की यात्रा करनी शुरू की। सब तो पहली उदासी जिहड़ी है गुरु नानक देव जी की 1499 तो लैके 1510 तक का टाइम पीरियड रखती है, परंतु इन्हां दे विच भी की है मतभेद पाए जाते हैं। यानी कि इतिहासकारां दे मुताबक अलग अलग जिहड़ियां ने उदासियां मन्नियां जांदियां हन, परंतु सही उदासियां जिहड़ियां ने 4 हैं जिन्हां दा वर्णन आपां नीचे करांगे। पहली उदासी का जिहड़ा टाइम पीरियड है 1499 तो लैके 1510 तक का है। गुरु नानक देव जी की पहली उदासी लगभग 1499 विच आरंभ हुई सी, जिस विच वो पूरब अते दखण दे इलाकिਆਂ ਵਿੱਚ गए सन। इस उदासी समय भाई मरदाना जी उन्हां दे नाल सीगे। तो याद रखना है पहली उदासी दे विच कौन उन्हां नाल सीगा, भाई मरदाना जी उन्हां दे नाल सी। भाई मरदाना जी की करते सन, इन्हां नाल इंपॉर्टेंट चीज़ जिहड़ी तुसीं नोट करनी है वो ये है कि भाई मरदाना जी रबाब वजाउण दा काम करते सन। यानी कि ये रबाब वजाउंदे सन। ठीक है जी। उस तो बाद रबाब है की चीज़, रबाब अफगानिस्तान का एक साज है। ठीक है, मतलब एक तरह के मरासी के पुत्र सन मरदाना जी, तो जिस दा नाम पहला की सीगा मरजाना सी। यानी कि जेड़े मरदाना जी सी इन्हां दा पुराना नाम मरजाना सी। तो गुरु जी जदों इन्हां नूं पहली बार मिले सी तो इन्हां ने नाम की कर दिता सीगा मरदाना कर दिता सीगा। ठीक है, तो ये हिम्स की टोली दे विच जिहड़े है गांदे हुंदे सीगे ते इन्हां दी जिहड़ी पहली मुलाकात हुई सी वो हुई सी सुल्तानपुर दे विच।
ठीक है। ਅੱਗੇ ਚੱਲਦੇ ਹਾਂ। ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸਭ ਤੋਂ ਪਹਿਲਾਂ ਗੁਰੂ ਜੀ ਕਿੱਥੇ ਪਹੁੰਚੇ ਸੀਗੇ? ਸੈਯਦਪੁਰ ਪਹੁੰਚੇ ਸੀਗੇ। ਸੈਯਦਪੁਰ ਉੱਥੇ ਲਾਲੋ ਨਾਮਕ ਤਰਖਾਨ ਨੂੰ ਆਪਣਾ ਉਹਨਾਂ ਨੇ ਸ਼ਰਧਾਲੂ ਬਣਾਇਆ ਅਤੇ ਮਲਕ ਭਾਗੋ ਦਾ ਭੋਜਨ ਜਿਹੜਾ ਹੈ ਅਸਵੀਕਾਰ ਕੀਤਾ, ਕਿਉਂਕਿ ਉਹਦਾ ਜਿਹੜਾ ਭੋਜਨ ਸੀ ਉਹ ਅੰਨ ਅਤੇ ਧਨ, ਰਿਸ਼ਵਤ ਅਤੇ ਧੋਖੇਬਾਜ਼ੀ ਨਾਲ ਜੁੜਿਆ ਹੋਇਆ ਸੀਗਾ। ਸੈਯਦਪੁਰ ਤੋਂ ਬਾਅਦ ਜਿਹੜਾ ਹੈ ਤਲੂੰਬਾ ਵਿੱਚ ਗੁਰੂ ਜੀ ਗਏ ਸੀ। ਯਾਦ ਰੱਖਿਓ ਕਿ ਪਹਿਲੀ ਜਿਹੜੀ ਉਦਾਸੀ ਹੈ ਉਹਦੇ ਵਿੱਚ ਗੁਰੂ ਜੀ ਕਿੱਥੇ ਕਿੱਥੇ ਗਏ ਸਨ। ਇਹਦੇ ਵਿੱਚੋਂ ਸਭ ਤੋਂ ਪਹਿਲਾਂ ਆਉਂਦਾ ਹੈ ਸੁਲਤਾਨਪੁਰ ਲੋਧੀ। ਸੁਲਤਾਨਪੁਰ ਲੋਧੀ ਤੋਂ ਗੁਰੂ ਜੀ ਨੇ ਚੱਲਣਾ ਸ਼ੁਰੂ ਕੀਤਾ ਅਤੇ ਇੱਥੋਂ ਜਾ ਕੇ ਉਹ ਕਿੱਥੇ ਪਹੁੰਚੇ? ਸੈਯਦਪੁਰ ਪਹੁੰਚੇ। ਸੈਯਦਪੁਰ ਨਾਲ ਕਿਹੜੀ ਘਟਨਾ ਜੁੜੀ ਹੋਈ ਹੈ? ਮਲਕ ਭਾਗੋ ਅਤੇ ਭਾਈ ਲਾਲੋ ਦੀ ਜਿਹੜੀ ਹੈ ਘਟਨਾ ਜੁੜੀ ਹੋਈ ਹੈ, ਜਿਹਦੇ ਵਿੱਚੋਂ ਜਿਹੜਾ ਲਾਲੋ ਨਾਮਕ ਤਰਖਾਨ ਉਹਨਾਂ ਦਾ ਸ਼ਰਧਾਲੂ ਬਣਿਆ ਹੋਇਆ ਸੀਗਾ ਅਤੇ ਮਲਕ ਭਾਗੋ ਦੀ ਰੋਟੀ ਉਹਨਾਂ ਨੇ ਸਵੀਕਾਰ ਨਹੀਂ ਕੀਤੀ ਸੀਗੀ। ਇਸ ਤੋਂ ਬਾਅਦ ਗੁਰੂ ਜੀ ਕਿੱਥੇ ਚਲੇ ਗਏ? ਤਲੂੰਬਾ ਚਲੇ ਗਏ। ਤਲੂੰਬਾ ਦੇ ਵਿੱਚ ਉਹਨਾਂ ਦੀ ਮੁਲਾਕਾਤ ਸੱਜਣ ਠੱਗ ਨਾਲ ਹੋਈ। ਠੀਕ ਹੈ। ਉਹਦੇ ਵਿੱਚ ਸੱਜਣ ਠੱਗ ਕੀ ਕਰਦਾ ਸੀ? ਉਹ ਜਿਹੜੇ ਯਾਤਰੀ ਆਉਂਦੇ ਹੁੰਦੇ ਸੀਗੇ ਉਹਨਾਂ ਦੀ ਠੱਗੀ ਕਰਦਾ ਸੀ, ਪਰੰਤੂ ਗੁਰੂ ਜੀ ਨੇ ਉਹਨੂੰ ਕੀ ਕਰ ਲਿਆ? ਆਪਣਾ ਸੇਵਕ ਬਣਾ ਲਿਆ, ਯਾਨੀ ਕਿ ਉਹਨੂੰ ਪਰਮਾਤਮਾ ਦੀ ਉਪਾਸਨਾ ਦੇ ਵਿੱਚ ਐਡ ਕਰ ਲਿਆ। ਅੱਗੇ ਗੱਲ ਕਰਦੇ ਹਾਂ। ਤਲੂੰਬਾ ਤੋਂ ਗੁਰੂ ਨਾਨਕ ਦੇਵ ਜੀ ਕੁਰੂਕਸ਼ੇਤਰ ਚਲੇ ਗਏ। ਕੁਰੂਕਸ਼ੇਤਰ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ, ਜਿਹਦੇ ਕਰਕੇ ਜਿਹੜੇ ਗੁਰੂ ਜੀ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਸੂਰਜ ਗ੍ਰਹਿਣ ਅਤੇ ਚੰਨ ਗ੍ਰਹਿਣ ਸੰਬੰਧੀ ਜਿਹੜੇ ਝੂਠੇ ਵਹਿਮ ਨੇ ਉਹ ਨਹੀਂ ਕਰਨੇ ਚਾਹੀਦੇ, ਜਿਹਦੇ ਕਰਕੇ ਉਹਨਾਂ ਨੇ ਪਰਮਾਤਮਾ ਦੀ ਭਗਤੀ ਅਤੇ ਸ਼ੁਭ ਜਿਹੜੇ ਕੰਮ ਕਰਨੇ ਚਾਹੀਦੇ ਹਨ ਇਸ ਦਾ ਗਿਆਨ ਦਿੱਤਾ। ਕੁਰੂਕਸ਼ੇਤਰ ਤੋਂ ਬਾਅਦ ਗੁਰੂ ਜੀ ਕਿੱਥੇ ਗਏ? ਪਾਣੀਪਤ ਚਲੇ ਗਏ। ਪਾਣੀਪਤ ਤੋਂ ਬਾਅਦ ਗੁਰੂ ਜੀ ਗਏ ਦਿੱਲੀ। ਦਿੱਲੀ ਤੋਂ ਗੁਰੂ ਜੀ ਵਾਪਿਸ ਜਿਹੜੇ ਪਹੁੰਚੇ ਗੁਰੂ ਹਰਿਦੁਆਰ। ਹਰਿਦੁਆਰ ਦੇ ਵਿੱਚ ਲੋਕ ਜਿਹੜੇ ਨੇ ਸਵੇਰੇ ਸਵੇਰੇ ਸੂਰਜ ਵੱਲ ਮੂੰਹ ਕਰਕੇ ਕੀ ਕਰਦੇ ਸੀਗੇ? ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਸਨ, ਅਤੇ ਗੁਰੂ ਜੀ ਨੇ ਲੋਕਾਂ ਦਾ ਭੁਲੇਖਾ ਦੂਰ ਕਰਨ ਦੇ ਲਈ ਕੀ ਕੀਤਾ? ਪਾਣੀ ਉਲਟ ਪਾਸੇ ਦੇਣਾ ਸ਼ੁਰੂ ਕੀਤਾ। ਜਦੋਂ ਲੋਕਾਂ ਨੇ ਉਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ, ਤਾਂ ਉਸ ਤੋਂ ਜਿਹੜਾ ਗੁਰੂ ਜੀ ਨੇ ਇਹ ਗੱਲ ਕਹੀ ਕਿ ਵੀ ਜੇ ਤੁਹਾਡੇ ਦਿੱਤਾ ਹੋਇਆ ਪਾਣੀ ਤੁਹਾਡੇ ਪਿੱਤਰਾਂ ਤੱਕ ਪਹੁੰਚਦਾ ਹੈ ਤਾਂ ਮੇਰਾ ਪਾਣੀ ਕੁਝ ਮੀਲਾਂ ਦੀ ਵਿੱਥ 'ਤੇ ਨਹੀਂ ਜਾ ਸਕਦਾ। ਜੇਕਰ ਤੁਹਾਡਾ ਪਾਣੀ ਪੂਰੇ ਪਿੱਤਰਾਂ ਤੱਕ ਜਾ ਸਕਦਾ ਹੈ ਤਾਂ ਸਿੱਟੇ ਵਜੋਂ ਲੋਕ ਜਿਹੜੇ ਕੀ ਹੋਏ? ਗੁਰੂ ਜੀ ਤੋਂ ਪ੍ਰਭਾਵਿਤ ਹੋ ਗਏ। ਹਰਿਦੁਆਰ ਤੋਂ ਬਾਅਦ ਗੁਰੂ ਜੀ ਕੇਦਾਰਨਾਥ, ਬਦਰੀਨਾਥ, ਜੋਸ਼ੀਮਠ ਆਦਿ ਜਗ੍ਹਾਵਾਂ 'ਤੇ ਗਏ ਸੀ, ਯਾਨੀ ਕਿ ਗੋਰਖਮੱਤਾ ਤੱਕ ਗਏ। ਉੱਥੇ ਉਹਨਾਂ ਦੀ ਮੁਲਾਕਾਤ ਗੋਰਖ ਨਾਥ ਦੇ ਨਾਲ ਹੋਈ, ਯਾਨੀ ਕਿ ਉਹਨਾਂ ਦੇ ਅਨੁਯਾਈਆਂ ਨਾਲ ਹੋਈ। ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦੇ ਕੇ ਕੰਨਾਂ ਵਿੱਚ ਮੁੰਦਰਾ ਪਾਉਣ ਅਤੇ ਭਸਮ ਲਗਾਉਣ, ਯਾਨੀ ਕਿ ਹੱਥ ਵਿੱਚ ਡੰਡਾ ਫੜਨ, ਸਿਰ ਮੁੰਨਣ ਅਤੇ ਸੰਸਾਰ ਤਿਆਗਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ, ਇਹ ਚੀਜ਼ ਨੂੰ ਸਿਖਾਇਆ। ਅਤੇ ਯੋਗੀ ਲੋਕ ਗੁਰੂ ਜੀ ਤੋਂ ਬੜੇ ਹੀ ਕੀ ਹੋਏ? ਪ੍ਰਭਾਵਿਤ ਹੋਏ ਅਤੇ ਗੋਰਖਮੱਤਾ ਦਾ ਨਾਮ ਕੀ ਪੈ ਗਿਆ? ਨਾਨਕ ਮੱਤਾ ਪੈ ਗਿਆ। ਗੋਰਖਮੱਤਾ ਤੋਂ ਬਾਅਦ ਗੁਰੂ ਜੀ ਕਿੱਥੇ ਚਲੇ ਗਏ? ਬਨਾਰਸ ਚਲੇ ਗਏ। ਇੱਥੇ ਗੁਰੂ ਜੀ ਦੀ ਮੁਲਾਕਾਤ ਕਿਹਦੇ ਨਾਲ ਹੋਈ? ਪੰਡਿਤ ਚਤਰਦਾਸ ਨਾਲ ਹੋਈ। ਗੁਰੂ ਜੀ ਵੀ ਗੁਰੂ ਜੀ ਨੂੰ ਉਪਦੇਸ਼ਾਂ ਤੋਂ ਜਿਹੜੇ ਬੜੀ ਪ੍ਰਭਾਵਿਤ ਹੋਏ, ਜੋ ਕਿ ਗੁਰੂ ਜੀ ਨੇ ਉਹਨਾਂ ਨੂੰ ਦਿੱਤੇ, ਜਿੱਥੇ ਸਿੱਟੇ ਵਜੋਂ ਚਤਰਦਾਸ ਅਤੇ ਉਹਨਾਂ ਦੇ ਜਿਹੜੇ ਚੇਲੇ ਨੇ ਉਹ ਉਹਨਾਂ ਦੇ ਕੀ ਬਣ ਗਏ? ਅਨੁਯਾਈ ਬਣ ਗਏ। ਬਨਾਰਸ ਤੋਂ ਚੱਲ ਕੇ ਗੁਰੂ ਜੀ ਨੇ ਬੁੱਧ ਧਰਮ ਦੇ ਪ੍ਰਸਿੱਧ ਤੀਰਥ ਸਥਾਨ ਗਿਆ ਦੇ ਵਿੱਚ ਪਹੁੰਚੇ। ਉੱਥੇ ਉਹਨਾਂ ਨੇ ਆਪਣੇ ਵਿਚਾਰਾਂ ਦੇ ਨਾਲ ਲੋਕਾਂ ਨੂੰ ਕੀ ਬਣਾਇਆ? ਸ਼ਰਧਾਲੂ ਬਣਾ ਲਿਆ। ਫਿਰ ਉਹ ਇੱਥੋਂ ਪਟਨਾ ਤੋਂ ਹਾਜੀਪੁਰ ਗਏ, ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਫਿਰ ਉਸ ਤੋਂ ਬਾਅਦ ਬਿਹਾਰ ਅਤੇ ਬੰਗਾਲ ਤੋਂ ਹੁੰਦੇ ਹੋਏ ਅਸਾਮ ਪਹੁੰਚੇ। ਫਿਰ ਧੁਬਰੀ ਦੇ ਸਥਾਨ ਉੱਤੇ ਗੁਰੂ ਜੀ ਦੀ ਮੁਲਾਕਾਤ ਸੰਤ ਸ਼ੰਕਰ ਦੇਵ ਨਾਲ ਹੋਈ। ਇਹ ਨਾਮ ਜ਼ਰੂਰ ਯਾਦ ਰੱਖਣੇ ਹੈ ਕਿ ਧੁਬਰੀ ਦੇ ਸਥਾਨ 'ਤੇ ਗੁਰੂ ਜੀ ਦੀ ਮੁਲਾਕਾਤ ਕਿਹਦੇ ਨਾਲ ਹੋਈ? ਸ਼ੰਕਰ ਦੇਵ ਨਾਲ ਹੋਈ। ਕਾਮਰੂਪ ਦੇ ਵਿੱਚ ਇੱਥੇ ਗੁਰੂ ਜੀ ਨੇ ਨੂਰ ਸ਼ਾਹ ਨਾਮ ਦੀ ਇੱਕ ਜਾਦੂਗਰਨੀ ਨੂੰ ਉਪਦੇਸ਼ ਦੇ ਕੇ ਉਹਨੂੰ ਸੱਚੀ ਸੁੰਦਰਤਾ ਦੇ ਬਾਰੇ ਗਿਆਨ ਦਿੱਤਾ। ਗੁਰੂ ਜੀ ਫਿਰ ਉਸ ਤੋਂ ਬਾਅਦ ਗੁਹਾਟੀ, ਸ਼ਿਲੌਂਗ ਹੁੰਦੇ ਹੋਏ ਸਿਲਹਟ ਪਹੁੰਚ ਗਏ। ਉੱਥੇ ਉਹਨਾਂ ਦਾ ਮੇਲ ਜਿਹੜਾ ਹੈ ਸੰਤ ਸ਼ੇਖ ਜਲਾਲ ਨਾਲ ਹੋਇਆ, ਯਾਨੀ ਕਿ ਹੁਣ ਗੁਰੂ ਜੀ ਦਾ ਜਿਹੜਾ ਮੇਲ ਹੈ ਸ਼ੇਖ ਜਲਾਲ ਨਾਲ ਕਿੱਥੇ ਹੋਇਆ? ਸ਼ਿਲੌਂਗ ਦੇ ਵਿੱਚ ਹੋਇਆ।
ਉਹ ਵੀ ਗੁਰੂ ਜੀ ਦੇ ਪ੍ਰਵਚਨਾਂ ਤੋਂ ਕੀ ਹੋਏ, ਕਾਫੀ ਪ੍ਰਭਾਵਿਤ ਹੋਏ। ਫਿਰ ਗੁਰੂ ਜੀ ਪਹੁੰਚੇ ਢਾਕਾ। ਉੱਥੇ ਉਹਨਾਂ ਨੇ ਵੱਖ-ਵੱਖ ਧਰਮਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਤੇ ਢਾਕਾ ਤੋਂ ਕਟਕ ਹੁੰਦੇ ਹੋਏ ਗੁਰੂ ਜੀ ਉੜੀਸਾ ਜਗਨਨਾਥਪੁਰੀ ਪਹੁੰਚੇ। ਪੁਰੀ ਦੇ ਮੰਦਰਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸੀ ਵਿਸ਼ਨੂੰ ਦੀ ਮੂਰਤੀ ਦੀ ਪੂਜਾ ਅਤੇ ਆਰਤੀ ਕਰਦੇ ਹੋਏ ਉਹਨਾਂ ਨੇ ਵੇਖਿਆ। ਉੱਥੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਮੂਰਤੀ ਪੂਜਾ ਵਿਅਰਥ ਹੈ ਤੇ ਈਸ਼ਵਰ ਸਰਬ ਵਿਆਪਕ ਹੈ। ਕੁਦਰਤ ਵੱਲੋਂ ਉਸ ਦੀ ਹਰ ਸਮੇਂ ਕੀ ਹੁੰਦੀ ਰਹਿੰਦੀ ਹੈ, ਆਰਤੀ ਹੁੰਦੀ ਰਹਿੰਦੀ ਹੈ। ਇਹ ਸੀਗੀ ਪਹਿਲੀ ਉਦਾਸੀ ਨਾਲ ਜੁੜੀਆਂ ਹੋਈਆਂ ਸਾਰੀਆਂ ਘਟਨਾਵਾਂ ਜਿਨ੍ਹਾਂ ਨੂੰ ਤੁਸੀਂ ਸੀਕੁਐਂਸ ਦੇ ਵਿੱਚ ਲਿਖਣਾ ਹੈ। ਮੈਂ ਤੁਹਾਨੂੰ ਇੱਕ ਆਪਣੇ ਹੈਂਡ ਰਿਟਨ ਨੋਟਸ ਜਿਹੜੇ ਆ ਉਹ ਪ੍ਰੋਵਾਈਡ ਕਰਵਾ ਦੂੰਗੀ ਜਿਹਦੇ ਵਿੱਚ ਸ਼ਾਰਟਕਟ ਫਾਰਮ ਦੇ ਵਿੱਚ ਲਿਖਿਆ ਹੋਇਆ ਹੈ, ਤਾਂ ਤੁਸੀਂ ਉਹਨਾਂ ਨੂੰ ਵੀ ਕਾਪੀ ਕਰ ਸਕਦੇ ਹੋ। ਉਹ ਇਹਨਾਂ ਹੀ ਨੋਟਸ ਦੇ ਵਿੱਚੋਂ ਬਣਾਏ ਗਏ ਨੇ, ਤਾਂ ਉਹਨਾਂ ਨੂੰ ਤੁਸੀਂ ਜਿਹੜਾ ਹੈ ਦੇਖ ਸਕਦੇ ਹੋ। ਅੱਗੇ ਚੱਲਦੇ ਹਾਂ ਦੂਸਰੀ ਉਦਾਸੀ ਤੇ। ਦੂਸਰੀ ਉਦਾਸੀ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ 1510 ਤੋਂ ਲੈ ਕੇ 1515 ਤੱਕ ਦਾ ਹੈ। ਇਹਦੇ ਵਿੱਚ ਗੁਰੂ ਦੇ ਨਾਨਕ ਦੇਵ ਜੀ ਦੱਖਣ ਦੇ ਵਿੱਚ ਜਿਹੜੇ ਆ ਚਲੇ ਗਏ ਸੀਗੇ। ਉਹ ਗੰਟੂਰ, ਕਾਂਚੀਪੁਰਮ, ਤਿਰਚਨਾਪਲੀ, ਨਾਗਾਪਟਨਮ, ਰਾਮੇਸ਼ਵਰ, ਤਵੇਂਦਰਮ ਹੁੰਦੇ ਹੋਏ ਸ਼੍ਰੀਲੰਕਾ ਪਹੁੰਚੇ। ਸ਼੍ਰੀਲੰਕਾ ਦੇ ਜਫਾਨਾ ਦੇ ਇਲਾਕੇ ਵਿੱਚ ਗੁਰੂ ਜੀ ਦੀ ਫੇਰੀ ਦਾ ਪ੍ਰਮਾਣ ਮਿਲਦੇ ਹਨ, ਯਾਨੀ ਕਿ ਜਿੱਥੇ ਜਫਾਨਾ ਦਾ ਇਲਾਕਾ ਹੈ ਉੱਥੇ ਅੱਜ ਵੀ ਇਹ ਪ੍ਰਮਾਣ ਮਿਲਦੇ ਹਨ ਕਿ ਗੁਰੂ ਜੀ ਇੱਥੇ ਆਏ ਸੀਗੇ। ਸ਼੍ਰੀਲੰਕਾ ਦਾ ਜਿਹੜਾ ਰਾਜਾ ਸ਼ਿਵਨਾਭ ਜਾਂ ਸ਼ਿਵਨਾਥ ਗੁਰੂ ਜੀ ਦੀ ਸ਼ਖਸੀਅਤ ਅਤੇ ਬਾਣੀ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਤੇ ਗੁਰੂ ਜੀ ਦਾ ਚੇਲਾ ਬਣ ਗਿਆ ਸੀ। ਸ਼੍ਰੀਲੰਕਾ ਦੀ ਰਾਣੀ ਅਤੇ ਬਹੁਤ ਸਾਰੇ ਹੋਰ ਲੋਕ ਵੀ ਗੁਰੂ ਜੀ ਦੇ ਅਨੁਯਾਈ ਬਣੇ। ਉਹਨਾਂ ਨੇ ਝੰਡਾ ਬੇਦੀ ਨਾਂ ਦੇ ਇੱਕ ਸ਼ਰਧਾਲੂ ਨੂੰ ਪਰਮਾਤਮਾ ਦਾ ਪ੍ਰਚਾਰ ਲਈ ਨਿਯੁਕਤ ਕੀਤਾ ਸੀਗਾ, ਯਾਨੀ ਕਿ ਉਹਨਾਂ ਨੇ ਝੰਡਾ ਬੇਦੀ ਨਾਮ ਦਾ ਇੱਕ ਪਰਸਨ ਸੀਗਾ ਜਿਹਨੂੰ ਉਹਨਾਂ ਨੇ ਪਰਮਾਤਮਾ ਦਾ ਪ੍ਰਚਾਰ ਕਰਨ ਦੇ ਲਈ ਉੱਥੇ ਨਿਯੁਕਤ ਕੀਤਾ ਸੀਗਾ। ਇਹ ਇੰਪੋਰਟੈਂਟ ਪੁਆਇੰਟ ਹੈ। ਇਹ ਬੁੱਕਸ ਜਿਹੜੀਆਂ ਸੀਗੀਆਂ ਪੰਜਾਬ ਬੋਰਡ ਦੀਆਂ ਅਪਡੇਟ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹਨਾਂ ਪੁਆਇੰਟਸ ਨੂੰ ਐਡ ਕੀਤਾ ਹੈ, ਤਾਂ ਇਹਨਾਂ ਪੁਆਇੰਟਸ ਨੂੰ ਭੁੱਲਣਾ ਨਹੀਂ ਹੈ ਕਿਉਂਕਿ ਜਿਹੜੀ ਨਵੀਂ ਐਡੀਸ਼ਨ ਹੁੰਦੀ ਹੈ ਕਈ ਵਾਰ ਆਪਾਂ ਉਹਦੇ ਵੱਲੇ ਧਿਆਨ ਨਹੀਂ ਦਿੰਦੇ ਤੇ ਉਹਨਾਂ ਦੇ ਵਿੱਚੋਂ ਹੀ ਕੁਐਸਚਨ ਜਿਹੜਾ ਹੈ ਉਹ ਬਣ ਕੇ ਆ ਜਾਂਦਾ ਹੈ। ਅੱਗੇ ਚੱਲਦੇ ਹਾਂ। ਸ਼੍ਰੀਲੰਕਾ ਤੋਂ ਵਾਪਸ ਮੁੜਦੇ ਹੋਏ ਗੁਰੂ ਨਾਨਕ ਦੇਵ ਜੀ ਕੁਝ ਦਿਨ ਪਨਾਰ, ਬਿਦਰ, ਉਜੈਨ, ਅਜਮੇਰ, ਮਥੁਰਾ, ਰਵਾੜੀ, ਹਿਸਾਰ, ਤਖਤੂਪੁਰਾ ਯਾਨੀ ਕਿ ਮੋਗਾ ਹੁੰਦੇ ਹੋਏ ਪਾਕਪਟਨ ਪਹੁੰਚੇ। ਉੱਥੇ ਉਹਨਾਂ ਦੀ ਮੁਲਾਕਾਤ ਸ਼ੇਖ ਫਰੀਦ ਜੀ ਦੇ 10ਵੇਂ ਉੱਤਰਾਧਿਕਾਰੀ ਸ਼ੇਖ ਬ੍ਰਹਮ ਅਤੇ ਸ਼ੇਖ ਇਬਰਾਹਿਮ ਨਾਲ ਹੋਈ। ਯਾਨੀ ਕਿ ਇਹ ਯਾਦ ਰੱਖਿਓ ਕਿ ਪਾਕਪਟਨ ਦੇ ਵਿੱਚ ਗੁਰੂ ਜੀ ਨੇ ਕਿਹਨਾਂ ਨਾਲ ਮੁਲਾਕਾਤ ਕੀਤੀ ਸੀ? ਸ਼ੇਖ ਫਰੀਦ ਜੀ ਦੇ 10ਵੇਂ ਉੱਤਰਾਧਿਕਾਰੀ ਸ਼ੇਖ ਬ੍ਰਹਮ ਅਤੇ ਸ਼ੇਖ ਇਬਰਾਹਿਮ ਦੇ ਨਾਲ ਕੀਤੀ ਸੀ। ਉਹ ਸੂਫੀ ਸੰਤ ਗੁਰੂ ਜੀ ਦੇ ਵਿਚਾਰ ਸੁਣ ਕੇ ਬੜੇ ਹੀ ਪ੍ਰਸੰਨ ਹੋਏ ਤੇ ਪਾਕਪਟਨ ਤੋਂ ਦੀਪਾਲਪੁਰ ਹੁੰਦੇ ਹੋਏ ਗੁਰੂ ਜੀ ਕਿੱਥੇ ਪਹੁੰਚ ਗਏ? ਵਾਪਸ ਸੁਲਤਾਨਪੁਰ ਲੋਧੀ ਪਹੁੰਚ ਗਏ। ਫਿਰ ਅੱਗੇ ਗੱਲ ਕਰਦੇ ਹਾਂ ਤੀਜੀ ਉਦਾਸੀ। ਗੁਰੂ ਜੀ ਦੀ ਤੀਜੀ ਉਦਾਸੀ ਦਾ ਟਾਈਮ ਪੀਰੀਅਡ 1515 ਤੋਂ ਲੈ ਕੇ 1517 ਦਾ ਹੈ। ਕੁਝ ਸਮੇਂ ਆਪਣੇ ਪਰਿਵਾਰ ਨਾਲ ਠਹਿਰਨ ਤੋਂ ਬਾਅਦ ਗੁਰੂ ਜੀ ਫਿਰ ਤੀਜੀ ਉਦਾਸੀ ਨੂੰ ਆਰੰਭ ਕਰਦੇ ਹਨ। ਇਸ ਤੀਜੀ ਉਦਾਸੀ ਦੇ ਵਿੱਚ ਉਹ ਜਾਂਦੇ ਹਨ ਉੱਤਰ ਵੱਲ। ਇਸ ਯਾਤਰਾ ਵਿੱਚ ਉਹਨਾਂ ਦੇ ਨਾਲ ਹੱਸੂ ਨਾਮ ਦਾ ਇੱਕ ਲੁਹਾਰ ਹੈ, ਯਾਨੀ ਕਿ ਜਿਹੜੀ ਪਹਿਲੀ ਯਾਤਰਾ ਸੀਗੀ ਉੱਥੇ ਗੁਰੂ ਜੀ ਦੇ ਨਾਲ ਮਰਦਾਨਾ ਜੀ ਸੀਗੇ ਤੇ ਤੀਜੀ ਉਦਾਸੀ ਦੇ ਵਿੱਚ ਗੁਰੂ ਜੀ ਦੇ ਨਾਲ ਹੱਸੂ ਨਾਮ ਦਾ ਲੁਹਾਰ ਸੀ ਤੇ ਸੀਹਾ ਨਾਮ ਦਾ ਇੱਕ ਛੀਬਾ ਸੀਗਾ, ਯਾਨੀ ਕਿ ਇਹ ਉਹਨਾਂ ਦੇ ਨਾਲ ਸੀ। ਯਾਤਰਾ ਦੌਰਾਨ ਗੁਰੂ ਜੀ ਨੇ ਹੇਠ ਲਿਖੇ ਸਥਾਨਾਂ ਤੇ ਗਏ। ਕਿਹੜੇ ਸਥਾਨ ਨੇ? ਜਲੰਧਰ, ਹੁਸ਼ਿਆਰਪੁਰ ਇਲਾਕਿਆਂ ਦੇ ਵਿੱਚੋਂ ਹੁੰਦੇ ਹੋਏ ਗੁਰੂ ਜੀ ਆਧੁਨਿਕ ਹਿਮਾਚਲ ਪ੍ਰਦੇਸ਼ ਵਿੱਚ ਪ੍ਰਵੇਸ਼ ਕੀਤੇ। ਉਸ ਤੋਂ ਬਾਅਦ ਇੱਥੇ ਉਹਨਾਂ ਦੀ ਪਹਿਲਾ ਜਿਹੜੀ ਮੁਲਾਕਾਤ ਹੈ ਪੀਰ ਬੁੱਢਨ ਸ਼ਾਹ ਨਾਲ ਹੋਈ। ਤਾਂ ਯਾਦ ਰੱਖਣਾ ਹੈ ਪੀਰ ਬੁੱਢਨ ਸ਼ਾਹ ਨਾਲ ਗੁਰੂ ਜੀ ਦੀ ਮੁਲਾਕਾਤ ਕਿੱਥੇ ਹੋਈ ਸੀਗੀ? ਹਿਮਾਚਲ ਦੇ ਵਿੱਚ ਹੋਈ ਸੀਗੀ। ਉਹ ਗੁਰੂ ਜੀ ਦਾ ਅਨੁਯਾਈ ਬਣ ਗਿਆ। ਉੱਥੇ ਗੁਰੂ ਜੀ ਬਿਲਾਸਪੁਰ, ਮੰਡੀ, ਸੁਕੇਤ, ਰਾਵਲਸਰ, ਜਵਾਲਾ ਜੀ, ਕਾਂਗੜਾ, ਕੁੱਲੂ, ਸਿਪਤੀ ਦੇ ਸਥਾਨਾਂ ਉੱਤੇ ਗਏ। ਉੱਥੇ ਵੱਖ-ਵੱਖ ਫਿਰਕੇ ਦੇ ਲੋਕਾਂ ਨੂੰ ਆਪਣਾ ਉਹਨਾਂ ਨੇ ਕੀ ਬਣਾਇਆ? ਸ਼ਰਧਾਲੂ ਬਣਾ ਲਿਆ। ਅੱਗੇ ਸਿਪਤੀ ਘਾਟੀ ਪਾਰ ਕਰਕੇ ਗੁਰੂ ਨਾਨਕ ਦੇਵ ਜੀ ਤਿੱਬਤ ਵਿੱਚ ਪ੍ਰਵੇਸ਼ ਕੀਤੇ। ਇੱਥੇ ਉਹਨਾਂ ਨੇ ਮਾਨਸਰੋਵਰ, ਝੀਲ ਅਤੇ ਕੈਲਾਸ਼ ਪਰਬਤ ਵੀ ਗਏ।
ਉੱਥੇ ਉਹਨਾਂ ਨੇ ਬਹੁਤ ਸਾਰੇ ਸਿੱਧਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਉਪਦੇਸ਼ ਦਿੱਤਾ ਤੇ ਉਹਨਾਂ ਨੂੰ ਇਹ ਗੱਲ ਕਿਹਾ ਕਿ ਪਹਾੜਾਂ ਦੇ ਵਿੱਚ ਬੈਠ ਕੇ ਪਰਮਾਤਮਾ ਨਹੀਂ ਮਿਲਦਾ ਹੈ। ਪਰਮਾਤਮਾ ਜਿਹੜਾ ਹੈ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ ਮਿਲਦਾ ਹੈ। ਕੈਲਾਸ਼ ਪਰਬਤ ਤੋਂ ਬਾਅਦ ਗੁਰੂ ਜੀ ਲੱਦਾਖ ਚਲੇ ਗਏ। ਉੱਥੇ ਹੁਣ ਵੀ ਜਿਹੜੇ ਉਹਨਾਂ ਦੇ ਬਹੁਤ ਸਾਰੇ ਸ਼ਰਧਾਲੂ ਹਨ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਯਾਦ ਵਿੱਚ ਗੁਰਦੁਆਰੇ ਦਾ ਵੀ ਨਿਰਮਾਣ ਕੀਤਾ ਹੈ। ਸਕਾਰਦੂ ਅਤੇ ਕਾਰਗਿਲ ਹੁੰਦੇ ਹੋਏ ਗੁਰੂ ਜੀ ਕਸ਼ਮੀਰ ਅਤੇ ਅਮਰਨਾਥ ਦੀ ਗੁਫਾ ਵਿਖੇ ਗਏ। ਇਸ ਤੋਂ ਬਾਅਦ ਉਹ ਪਹਿਲਗਾਮ ਅਤੇ ਮਟਨ ਦੇ ਸਥਾਨਾਂ 'ਤੇ ਵੀ ਗਏ। ਮਟਨ ਵਿਖੇ ਉਹਨਾਂ ਦੀ ਮੁਲਾਕਾਤ ਪੰਡਿਤ ਬ੍ਰਹਮ ਦਾਸ ਨਾਲ ਹੋਈ। ਇੰਪੋਰਟੈਂਟ ਕੀ ਹੈ, ਜਿੱਥੇ ਜਿੱਥੇ ਉਹਨਾਂ ਨੇ ਮੀਟਿੰਗਸ ਕੀਤੀਆਂ ਸੀਗੀਆਂ ਉਹ ਜਗ੍ਹਾਵਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੋ ਵੇਦਾਂ ਅਤੇ ਸ਼ਾਸਤਰੀਆਂ ਦੇ ਗਿਆਨ ਲਈ ਪ੍ਰਸਿੱਧ ਸੀ। ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਤੇ ਕੇਵਲ ਸ਼ਾਸਤਰਾਂ ਦੀ ਪੜ੍ਹਾਈ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ, ਇਹ ਗੱਲ ਕਹੀ। ਇੱਥੇ ਗੁਰੂ ਜੀ ਬਾਰਾਮੂਲਾ ਤੇ ਅਨੰਤਨਾਗ ਅਤੇ ਸ਼੍ਰੀ ਨਗਰ ਵੀ ਗਏ। ਜੇਹਲਮ ਚਨਾਬ ਦੀਆਂ ਨਦੀਆਂ ਪਾਰ ਕਰਨ ਮਗਰੋਂ ਗੁਰੂ ਨਾਨਕ ਦੇਵ ਜੀ ਸਿਆਲਕੋਟ ਪਹੁੰਚੇ ਤੇ ਉੱਥੇ ਉਹਨਾਂ ਨੇ ਆਪਣੀ ਸਿੱਖਿਆ ਨਾਲ ਆਪਣੇ ਸ਼ਰਧਾਲੂਆਂ ਨੂੰ ਪ੍ਰਭਾਵਿਤ ਕੀਤਾ। ਉੱਥੇ ਉਹ ਆਪਣੇ ਨਿਵਾਸ ਕਰਤਾਰਪੁਰ ਨੂੰ ਚਲੇ ਗਏ। ਉਮੀਦ ਕਰਦੀ ਹਾਂ ਇੱਥੇ ਤੱਕ ਤੁਹਾਨੂੰ ਸਮਝ ਆ ਗਿਆ ਹੋਵੇਗਾ। ਅੱਗੇ ਚੱਲਦੇ ਹਾਂ ਚੌਥੀ ਉਦਾਸੀ। ਚੌਥੀ ਉਦਾਸੀ 1517 ਤੋਂ ਲੈ ਕੇ 1521 ਤੱਕ ਦੀ ਹੈ। ਇਸ ਉਦਾਸੀ ਦੇ ਅਨੁਸਾਰ ਗੁਰੂ ਜੀ ਇੱਕ ਮੁਸਲਮਾਨ ਹਾਜੀ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਗਿਆ ਸੀਗਾ। ਯਾਨੀ ਕਿ ਜਦੋਂ ਇਹ ਚੌਥੀ ਉਦਾਸੀ ਉਹਨਾਂ ਨੇ ਕੀਤੀ ਤਾਂ ਇਸ ਵਾਰ ਗੁਰੂ ਜੀ ਨੇ ਮੁਸਲਮਾਨ ਹਾਜੀ ਵਾਲਾ ਇੱਕ ਨੀਲਾ ਪਹਿਰਾਵਾ ਧਾਰਨ ਕੀਤਾ ਸੀ। ਇਸ ਉਦਾਸੀ ਦੌਰਾਨ ਉਹ ਪੱਛਮੀ ਏਸ਼ੀਆ ਦੇ ਵੱਲ ਗਏ ਤੇ ਮਰਦਾਨਾ ਉਹਨਾਂ ਦੇ ਨਾਲ ਸੀ। ਯਾਨੀ ਕਿ ਚੌਥੀ ਉਦਾਸੀ ਦੇ ਵਿੱਚ ਵੀ ਕੌਣ ਉਹਨਾਂ ਦੇ ਨਾਲ ਸੀ? ਮਰਦਾਨਾ ਨਾਲ ਸੀ। ਇਸ ਉਦਾਸੀ ਦਾ ਆਰੰਭ ਗੁਰੂ ਨਾਨਕ ਦੇਵ ਜੀ ਨੇ ਪਾਕਪਟਨ ਤੋਂ ਕੀਤਾ ਸੀ। ਸ਼ੇਖ ਬ੍ਰਹਮ ਨੂੰ ਮਿਲਣ ਉਪਰੰਤ ਉਹ ਮੁਲਤਾਨ ਪਹੁੰਚੇ। ਮੁਲਤਾਨ ਦੇ ਪ੍ਰਸਿੱਧ ਸੂਫੀ ਸੰਤ ਸ਼ੇਖ ਬਹਾਉਦੀਨ ਨਾਲ ਉੱਥੇ ਉਹਨਾਂ ਦੀ ਮੁਲਾਕਾਤ ਹੋਈ। ਗੁਰੂ ਜੀ ਉੱਚ ਸ਼ੁਕਰ ਮਿਆਨੀ ਅਤੇ ਹਿੰਗ ਲੌਜ ਦੇ ਸਥਾਨਾਂ 'ਤੇ ਪ੍ਰਚਾਰ ਕਰਦੇ ਹੋਏ ਸਮੁੰਦਰੀ ਰਾਸਤੇ ਮੱਕਾ ਯਾਨੀ ਕਿ ਹਜ਼ਰਤ ਮੁਹੰਮਦ ਦੇ ਜਨਮ ਸਥਾਨ 'ਤੇ ਪਹੁੰਚੇ। ਉੱਥੇ ਗੁਰੂ ਜੀ ਕਾਬੇ ਵੱਲ ਪੈਰ ਕਰਕੇ ਸੌ ਗਏ। ਉੱਥੋਂ ਦੇ ਕਾਜੀ ਰੁਕਨਦੀਨ ਇਸ 'ਤੇ ਇਤਰਾਜ਼ ਕੀਤਾ ਤੇ ਗੁਰੂ ਜੀ ਨੇ ਕਾਜੀ ਨੂੰ ਬੜੇ ਪਿਆਰ ਨਾਲ ਕਿਹਾ ਕਿ ਤੁਸੀਂ ਮੇਰੇ ਪੈਰ ਉੱਧਰ ਕਰ ਦਿਓ ਜਿਸ ਤਰਫ ਅੱਲਾ ਨਹੀਂ ਹੈ। ਤਾਂ ਮੱਕਾ ਤੋਂ ਪਿੱਛੋਂ ਗੁਰੂ ਜੀ ਮਦੀਨਾ ਪਹੁੰਚੇ। ਇੱਥੇ ਹਜ਼ਰਤ ਮੁਹੰਮਦ ਜੀ ਨੇ ਦੀ ਕਬਰ ਬਣੀ ਹੋਈ ਹੈ। ਗੁਰੂ ਜੀ ਨੇ ਇੱਥੇ ਇਮਾਮ ਆਜ਼ਮ ਖਾਨ ਨਾਲ ਜਿਹੜਾ ਧਾਰਮਿਕ ਵਿਸ਼ੇ ਉੱਤੇ ਕੀ ਕੀਤੀ ਸੀ? ਗੱਲਬਾਤ ਕੀਤੀ ਸੀ। ਇੱਥੋਂ ਜਿਹੜਾ ਇੰਪੋਰਟੈਂਟ ਇੱਕ ਆਹ ਵਾਲਾ ਪੁਆਇੰਟ ਨਿਕਲਦਾ ਹੈ ਤੇ ਇੱਕ ਮੱਕਾ ਤੋਂ ਬਾਅਦ ਮਦੀਨਾ ਵਾਲਾ ਪੁਆਇੰਟ ਇੰਪੋਰਟੈਂਟ ਹੈ। ਮਦੀਨਾ ਦੀ ਯਾਤਰਾ ਤੋਂ ਬਾਅਦ ਗੁਰੂ ਜੀ ਕਿੱਥੇ ਗਏ? ਬਗਦਾਦ ਚਲੇ ਗਏ। ਬਗਦਾਦ ਦੇ ਵਿੱਚ ਉਹਨਾਂ ਦੀ ਮੁਲਾਕਾਤ ਜਿਹੜੀ ਸ਼ੇਖ ਬਹਿਲੋਲ ਨਾਲ ਹੋਈ ਸੀਗੀ। ਗੁਰੂ ਜੀ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਹ ਉਹਨਾਂ ਦਾ ਚੇਲਾ ਬਣ ਗਿਆ। ਸ਼ਹਿਰ ਤੋਂ 2 ਕਿਲੋਮੀਟਰ ਦੀ ਦੂਰੀ ਦੇ ਵਿੱਚ ਸਥਿਤ ਜਿਹੜੇ ਸ਼ੇਖ ਬਹਿਲੋਲ ਦੇ ਮਕਰਬੇ ਉੱਤੇ ਅਰਬੀ ਭਾਸ਼ਾ ਵਿੱਚ ਅੰਕਿਤ ਸ਼ਬਦਾਂ ਤੋਂ ਗੁਰੂ ਜੀ ਦੀ ਬਗਦਾਦੀ ਫੇਰੀ ਦੀ ਪੁਸ਼ਟੀ ਹੁੰਦੀ ਹੈ। ਯਾਨੀ ਕਿ ਇਹ ਕਨਫਰਮ ਹੁੰਦਾ ਹੈ ਕਿ ਗੁਰੂ ਜੀ ਉੱਥੇ ਵੀ ਗਏ ਸੀ। ਬਗਦਾਦ ਤੋਂ ਗੁਰੂ ਨਾਨਕ ਦੇਵ ਜੀ ਈਰਾਨ ਅਤੇ ਕੰਧਾਰ ਤੋਂ ਕਾਬਲ ਪਹੁੰਚੇ। ਕਾਬਲ ਵਿੱਚ ਉਸ ਸਮੇਂ ਬਾਬਰ ਦਾ ਰਾਜ ਸੀ। ਉੱਥੇ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਤੇ ਗੁਰੂ ਜੀ ਨੇ ਉੱਥੇ ਵੀ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਕਾਬਲ ਤੋਂ ਦਰਾ ਖੈਬਰ ਪਾਰ ਕਰਕੇ ਗੁਰੂ ਨਾਨਕ ਦੇਵ ਜੀ ਪੇਸ਼ਾਵਰ, ਹਸਨ ਅਬਦਾਲ ਅਤੇ ਗੁਜਰਾਤ ਆਦਿ ਸਥਾਨਾਂ ਤੋਂ ਹੁੰਦੇ ਹੋਏ ਸੈਯਦਪੁਰ ਪਹੁੰਚੇ। ਉੱਥੇ ਸੈਯਦਪੁਰ ਨਾਲ ਜਿਹੜੇ ਬਾਬਰ ਨੇ ਹਮਲਾ ਕੀਤਾ ਹੋਇਆ ਸੀ, ਜਿਹਦੇ ਕਰਕੇ ਗੁਰੂ ਜੀ ਨੂੰ ਵੀ ਉੱਥੇ ਬੰਦੀ ਬਣਾ ਲਿਆ ਗਿਆ, ਜਿਸ ਤੇ ਗੁਰੂ ਜੀ ਨੇ ਕੀ ਕੀਤਾ? ਇੱਕ ਜਿਹੜੀ ਹੈ ਮਤਲਬ ਉਹਦੀ ਘਟਨਾ ਨੂੰ ਬਿਆਨ ਵੀ ਕੀਤਾ ਬਾਬਰ ਬਾਣੀ ਦੇ ਵਿੱਚ। ਇਹ ਜ਼ਰੂਰ ਯਾਦ ਰੱਖਿਓ ਕਿ ਬਾਬਰ ਨਾਲ ਮੁਲਾਕਾਤ ਕਿੱਥੇ ਹੋਈ ਸੀ? ਇੱਥੇ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਗੁਰੂ ਜੀ ਦੇ ਨਾਲ ਹੋਈ ਸੀਗੀ ਬਾਬਰ ਦੀ। ਤੇ ਜ਼ਰੂਰ ਯਾਦ ਰੱਖਿਓ ਸੈਯਦਪੁਰ ਦੀ ਇਹ ਘਟਨਾ ਹੈ ਜਦੋਂ ਗੁਰੂ ਜੀ ਨੂੰ ਉਹਨਾਂ ਨੇ ਕੈਦ ਕਰ ਲਿਆ ਸੀਗਾ। 1521 ਵਿੱਚ ਗੁਰੂ ਜੀ ਆਪਣੀ ਜਿਹੜੀਆਂ ਅੰਤਲੀ ਉਦਾਸੀ ਨੂੰ ਪੂਰਾ ਕਰਕੇ ਵਾਪਸ ਪੰਜਾਬ ਆ ਗਏ। ਕਰਤਾਰਪੁਰ ਦੇ ਨੇੜੇ ਦੀਆਂ ਯਾਤਰਾਵਾਂ ਕਰਦੇ ਰਹੇ। ਉਹਨਾਂ ਨੇ ਆਪਣੇ ਜੀਵਨ ਦੇ 18 ਸਾਲ ਯਾਨੀ ਲਗਭਗ 18 ਸਾਲ ਉਹ ਆਪਣੇ ਪਰਿਵਾਰ ਦੇ ਨਾਲ ਉਹਨਾਂ ਨੇ ਗੁਜ਼ਾਰੇ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਕਰਤਾਰਪੁਰ ਦੇ ਵਿੱਚ
ਰਹਿ ਕੇ ਉਹਨਾਂ ਨੇ ਜੋ ਕੰਮ ਕੀਤੇ ਉਹਨਾਂ ਨੂੰ ਦੇਖਦੇ ਹਾਂ। ਗੁਰੂ ਨਾਨਕ ਦੇਵ ਜੀ 1522 ਤੋਂ ਲੈ ਕੇ 1539 ਤੱਕ ਕਰਤਾਰਪੁਰ ਦੇ ਵਿੱਚ ਹੀ ਰਹੇ। ਇੱਥੇ ਗੁਰੂ ਜੀ ਨੇ ਕਾफ़ੀ ਜ਼ਿਆਦਾ ਜਿਹੜੇ ਨੇ ਵਾਰ ਮਲਹਾਰ ਵਰਗੇ, ਵਾਰ ਮਾਝ, ਵਾਰ ਆਸਾ, ਜਪਜੀ ਸਾਹਿਬ, ਓਂਕਾਰ, ਪੱਟੀ, ਥਿੱਤ, ਬਾਰਾਂਮਾਹ ਆਦਿ ਬਾਣੀਆਂ ਦੀ ਰਚਨਾ ਕੀਤੀ। ਇਹ ਬਾਣੀਆਂ ਗੁਰੂ ਸਾਹਿਬਾਨ ਦੀ ਜਿਹੜੀਆਂ ਬਾਣੀਆਂ ਜਿੰਨੀਆਂ ਵੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਗੁਰੂ ਸਾਹਿਬ ਨੇ ਉੱਥੇ ਸੰਗਤ ਅਤੇ ਪੰਗਤ ਦੀ ਨੀਂਹ ਰੱਖੀ, ਜਿਸ ਨਾਲ ਮਨੁੱਖ ਜਾਤੀ ਵਿੱਚ ਊਚ ਨੀਚ ਦਾ ਫਰਕ ਖਤਮ ਹੋਇਆ। ਗੁਰੂ ਸਾਹਿਬ ਜੀ ਨੇ ਇਹਨਾਂ ਵਰ੍ਹਿਆਂ ਵਿੱਚ ਆਦਰਸ਼ ਗ੍ਰਸਤੀ ਦਾ ਜੀਵਨ ਬਤੀਤ ਕੀਤਾ ਸੀਗਾ। ਜਦੋਂ ਗੁਰੂ ਸਾਹਿਬ ਜੀ ਨੂੰ ਮਹਿਸੂਸ ਕੀਤਾ ਕਿ ਉਹਨਾਂ ਦਾ ਅੰਤਲਾ ਸਮਾਂ ਨੇੜੇ ਆ ਗਿਆ ਹੈ, ਤਾਂ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਯੋਗ ਸਮਝਦੇ ਹੋਏ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਤਾ। ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਵਿੱਚ ਜੋਤੀ ਜੋਤ ਸਮਾ ਗਏ। ਉਸ ਵੇਲੇ ਉਹ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਇੱਕੋ ਜਿਹੇ ਹਰਮਨ ਪਿਆਰੇ ਸਨ। ਉਹਨਾਂ ਨੂੰ ਹੁਣ ਤੱਕ ਗੁਰੂ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਯਾਨੀ ਕਿ ਗੁਰੂ ਜੀ ਉਸ ਵੇਲੇ ਮਤਲਬ ਗੁਰੂ ਇਹਦੇ ਵਿੱਚ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਹੈ ਕਿ ਉਸ ਵੇਲੇ ਉਹ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿੱਚ ਬਰਾਬਰ ਦੇ ਹਰਮਨ ਪਿਆਰੇ ਸਨ। ਉਹਨਾਂ ਨੂੰ ਹੁਣ ਤੱਕ ਵੀ ਜਿਹੜਾ ਹੈ ਗੁਰੂ ਨਾਨਕ ਸ਼ਾਹ ਫਕੀਰ, ਹਿੰਦ ਕਾ ਗੁਰੂ ਤੇ ਮੁਸਲਮਾਨ ਕਾ ਪੀਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ। ਗੁਰੂ ਨਾਨਕ ਦੇਵ ਜੀ ਨੇ ਆਪਣੀ ਫਿਲੋਸਫੀ ਦਾ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕਿਸੇ ਗੂੜ ਫਿਲੋਸਫੀ ਦਾ ਪ੍ਰਚਾਰ ਨਹੀਂ ਕੀਤਾ, ਸਗੋਂ ਉਹਨਾਂ ਨੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਲੋਕ ਭਾਸ਼ਾ ਦੀ ਵਰਤੋਂ ਕੀਤੀ ਸੀਗੀ। ਉਹਨਾਂ ਦੇ ਪਰਮਾਤਮਾ ਦੇ ਬਾਰੇ ਵਿਚਾਰ ਸਨ ਕਿ ਪਰਮਾਤਮਾ ਇੱਕ ਹੈ, ਪਰਮਾਤਮਾ ਸਰਬ ਸ਼ਕਤੀਮਾਨ ਹੈ, ਸਰਬ ਵਿਆਪਕ ਹੈ, ਪਰਮਾਤਮਾ ਮਹਾਨ ਤੇ ਸਰਬ ਉੱਚ ਹੈ, ਪਰਮਾਤਮਾ ਨਿਰੰਕਾਰ ਹੈ, ਪਰਮਾਤਮਾ ਦਿਆਲੂ ਹੈ। ਤਾਂ ਇਸ ਪ੍ਰਕਾਰ ਉਹਨਾਂ ਦੇ ਜਿਹੜੇ ਵਿਚਾਰ ਸਨ। ਪਰਮਾਤਮਾ ਦੇ ਹੁਕਮ ਦਾ ਮਹੱਤਵ ਕੀ ਹੈ ਕਿ ਨਾਮ ਜਪਣਾ ਹੈ, ਵੰਡ ਛਕਣਾ ਹੈ ਤੇ ਆਤਮਾ ਨੂੰ ਸਮਰਪਣ ਕਰਨਾ ਹੈ ਤੇ ਆਦੇ ਹੋਮੇ ਦਾ ਤਿਆਗ ਕਰਨਾ ਹੈ। ਗੁਰੂ ਦੀ ਲੋੜ, ਯਾਨੀ ਕਿ ਗੁਰੂ ਨਾਨਕ ਦੇਵ ਜੀ ਦੇ ਇਹ ਵੀ ਵਿਚਾਰ ਸੀ ਕਿ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਗੁਰੂ ਦੀ ਸਹਾਇਤਾ ਤੋਂ ਬਿਨਾਂ ਅਸੰਭਵ ਹੈ। ਤਾਂ ਗੁਰੂ ਤੋਂ ਬਿਨਾਂ ਕੁੱਪ ਹਨੇਰਾ ਹੁੰਦਾ ਹੈ। ਤਾਂ ਗੁਰੂ ਇੱਕ ਬੇੜੀ ਦੇ ਸਮਾਨ ਹੈ ਜਿਸ ਰਾਹੀਂ ਬੰਦਾ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ। ਕਰਮ ਸਿਧਾਂਤ ਵਿੱਚ ਵਿਸ਼ਵਾਸ, ਯਾਨੀ ਕਿ ਗੁਰੂ ਜੀ ਕਰਮ ਦੇ ਉੱਤੇ ਜਿਹੜਾ ਹੈ ਵਿਸ਼ਵਾਸ ਰੱਖਦੇ ਸਨ। ਉਸ ਤੋਂ ਬਾਅਦ ਭਰਾਤਰੀ ਭਾਵ ਵਿੱਚ ਵਿਸ਼ਵਾਸ, ਯਾਨੀ ਕਿ ਗੁਰੂ ਜੀ ਪ੍ਰੇਮ ਦੇ ਵਿੱਚ ਰਹਿਣ ਲਈ ਪ੍ਰੇਰਿਤ ਕਰਦੇ ਸਨ ਤੇ ਸਦਾਚਾਰ ਉੱਤੇ ਜ਼ੋਰ, ਗੁਰੂ ਜੀ ਪ੍ਰਭੂ ਭਗਤੀ ਦੇ ਨਾਲ ਨਾਲ ਸਦਾਚਾਰ ਦੇ ਨਿਯਮਾਂ ਦੇ ਉੱਤੇ ਵੀ ਜ਼ੋਰ ਦਿੰਦੇ ਸਨ। ਅੱਗੇ ਗੱਲ ਕਰਦੇ ਹਾਂ ਸੱਚਖੰਡ। ਗੁਰੂ ਨਾਨਕ ਦੇਵ ਜੀ ਸੱਚਖੰਡ ਦੀ ਪ੍ਰਾਪਤੀ ਵਿੱਚ ਵਿਸ਼ਵਾਸ ਕਰਦੇ ਸਨ ਤੇ ਤਪੱਸਿਆ ਵਿੱਚ ਅਵਿਸ਼ਵਾਸ। ਗੁਰੂ ਜੀ ਸੰਸਾਰ ਨੂੰ ਛੱਡ ਕੇ ਜੰਗਲਾਂ ਵਿੱਚ ਤੇ ਪਹਾੜਾਂ ਵਿੱਚ ਰਹਿ ਕੇ ਤਪੱਸਿਆ ਕਰਨ ਦੇ ਪੱਖ ਵਿੱਚ ਨਹੀਂ ਸਨ। ਤੇ ਗੁਰੂ ਜੀ ਨੇ ਜਾਤ ਪਾਤ ਦਾ ਖੰਡਨ ਵੀ ਕੀਤਾ ਸੀ। ਹਿੰਦੂ ਸਮਾਜ ਦੇ ਵਿੱਚ ਜਿਹੜੀਆਂ 4 ਜਾਤਾਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਅਨੇਕ ਉਪਜਾਤੀਆਂ ਵੰਡੀਆਂ ਹੋਈਆਂ ਸਨ। ਉਪਜਾਤੀਆਂ ਦੇ ਲੋਕ ਨੀਵੀਂ ਉੱਚੀਆਂ ਜਾਤੀਆਂ ਦੇ ਜਿਹੜੇ ਲੋਕ ਸੀ ਨੀਵੀਆਂ ਜਾਤੀਆਂ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ ਤੇ ਉਹਨਾਂ ਨਾਲ ਮੇਲ ਮਿਲਾਪ ਵੀ ਨਹੀਂ ਰੱਖਦੇ ਸਨ। ਗੁਰੂ ਜੀ ਨੇ ਸਭ ਲੋਕਾਂ ਨੂੰ ਇੱਕਸਾਰ ਸਮਝਦੇ ਸਨ। ਉਹਨਾਂ ਨੇ ਹਿੰਦੂਆਂ ਤੇ ਮੁਸਲਮਾਨ ਅਤੇ ਛੋਟੇ ਵੱਡੇ ਸਭ ਬਰਾਬਰ ਸਨ। ਇਸ ਲਈ ਉਹਨਾਂ ਨੇ ਜਾਤੀ ਪ੍ਰਥਾ, ਛੂਆਛੂਤ ਦਾ ਜ਼ੋਰਦਾਰ ਸ਼ਬਦਾਂ ਦੇ ਵਿੱਚ ਖੰਡਨ ਕੀਤਾ। ਉਹਨਾਂ ਨੇ ਲੰਗਰ ਪ੍ਰਥਾ ਅਤੇ ਪੰਗਤ ਪ੍ਰਥਾ ਸਥਾਪਿਤ ਕਰਕੇ ਛੂਤ ਛਾਤ ਦੀ ਬੁਰਾਈ ਨੂੰ ਖਤਮ ਕੀਤਾ। ਉਸ ਤੋਂ ਬਾਅਦ ਖੋਖਲੇ ਰੀਤੀ ਰਿਵਾਜਾਂ ਦਾ ਵੀ ਗੁਰੂ ਜੀ ਨੇ ਕੀ ਕੀਤਾ ਸੀਗਾ, ਖੰਡਨ ਕੀਤਾ ਸੀ। ਤਾਂ ਇਹ ਆਪਣਾ ਟੌਪਿਕ ਜਿਹੜਾ ਹੈ ਇੱਥੇ ਓਵਰ ਹੁੰਦਾ ਹੈ। ਇਸ ਤੋਂ ਇਲਾਵਾ ਇਹਦੇ ਜਿਹੜੇ ਸਬ ਟੌਪਿਕ ਨੇ, ਯਾਨੀ ਕਿ ਬਾਕੀ ਦੇ ਗੁਰੂ ਸਾਹਿਬਾਨਾਂ ਨੂੰ ਵੀ ਆਪਾਂ ਡਿਸਕਸ ਕਰਾਂਗੇ। ਉਹ ਆਪਾਂ ਕਰਾਂਗੇ ਨੈਕਸਟ ਕਲਾਸ ਦੇ ਵਿੱਚ। ਉਮੀਦ ਕਰਦੀ ਹਾਂ ਤੁਹਾਨੂੰ ਇਹ ਵਾਲੀ ਵੀਡੀਓ ਪਸੰਦ ਆਏਗੀ। ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਧੰਨਵਾਦ।